ਤਾਂ ਪਿੰਡ ਮੂਸਾ ਦੇ ਵਿੱਚ ਮੌਜੂਦ ਹੈ ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਅਮਨ ਅਰੋੜਾ ਨੇ ਜਿਹੜੇ ਉਹ ਗੱਲਬਾਤ ਕਰ ਰਹੇ ਨੇ, ਉਹ ਵੀ ਇੱਥੇ ਪਹੁੰਚੇ ਨੇ। ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਏ ਨੇ। ਤਾਂ ਲਗਾਤਾਰ ਰਾਜਨੀਤਿਕ ਲੋਕ ਜਿਹੜੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ। ਤਾਂ ਅਮਨ ਅਰੋੜਾ ਦੇ ਵੱਲੋਂ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ, ਤਾਂ ਗੱਲਬਾਤ ਕੀਤੀ ਗਈ ਹੈ ਪਰਿਵਾਰ ਦੇ ਨਾਲ। ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਗੱਲਬਾਤ ਕੀਤੀ ਗਈ ਹੈ ਪਰਿਵਾਰ ਦੇ ਨਾਲ। ਤਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲਗਾਤਾਰ ਪਹੁੰਚ ਰਹੇ ਨੇ। ਸਰ ਅੱਜ ਇੱਥੇ ਪਹੁੰਚੇ ਹੋ, ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ, ਕੀ ਗੱਲਾਂ ਬਾਤਾਂ ਹੋਈਆਂ ਪਰਿਵਾਰ ਦੇ ਵੱਲੋਂ? ਅਮਨ ਜੀ ਪਰਿਵਾਰ ਦੇ ਨਾਲ ਮਿਲ ਕੇ ਆਏ ਇੱਕ ਮਿੰਟ ਬਾਈ ਜੀ ਚੁੱਪ ਹੋ ਜਾਓ ਯਾਰ, ਇੱਕ ਮਿੰਟ। ਹਾਂਜੀ ਅਮਨ ਜੀ ਪਰਿਵਾਰ ਦੇ ਨਾਲ ਮਿਲ ਕੇ ਆਏ, ਦੁੱਖ ਸਾਂਝਾ ਕਰਕੇ ਆਏ, ਕੀ ਕੁਝ ਗੱਲਬਾਤ ਹੋਈ ਹੈ? देखो अज मैं और साडी अज मैं और साडी छोटी भैन नरिंदर कौर भरा जी MLA संगरूर असी अज सिद्धू मूसेवाला जी के परिवार के नाल दुख साझा करने लिए आया। मैं समझदा कि इस तो दर्दनाक वाक़या हो नहीं सकता हैगा। इस एक दर्दनाक वाक़या ने सारी दुनिया नूं ਉਹਨਾਂ ਦੇ ਲੱਖਾਂ ਕਰੋੜਾਂ ਫੈਨਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਔਰ ਮੈਂ ਮੰਨ ਕੇ ਚੱਲਦਾ ਕਿ ਇੱਕ ਯੁੱਗ ਦਾ ਅੰਤ ਹੈ ਜਿਹੜਾ ਉਹ ਸਿੱਧੂ ਮੂਸੇਵਾਲਾ ਜੀ ਦੇ ਜਾਣ ਦੇ ਨਾਲ ਮਿਊਜ਼ਿਕ ਦੇ ਸਿੰਗਿੰਗ ਦੇ ਇੱਕ ਯੁੱਗ ਦਾ ਅੰਤ ਹੈ ਜਿਹੜਾ ਹੋ ਚੁੱਕਿਆ, ਜਿਹਦੀ ਕਿ ਭਰਪਾਈ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈਗੀ। ਅਮਨ ਜੀ ਇਸ ਤੇ ਸਭ ਤੋਂ ਵੱਡਾ ਫੇਲੀਅਰ ਜਿਹੜਾ ਸਰਕਾਰ ਦਾ ਮੰਨਿਆ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਹੀ ਜਿਸ ਤਰੀਕੇ ਨਾਲ ਜਨਤਕ ਕੀਤੀ ਗਈ ਲਿਸਟ ਸਭ ਦੀ ਸਿਕਿਉਰਿਟੀ ਘਟਾਉਣ ਵਾਲੀ, ਇਹ ਨਹੀਂ ਕਰਨੀ ਚਾਹੀਦੀ ਸੀ, ਜਿਹਦੇ ਕਰਕੇ ਇੱਕ ਵੱਡਾ ਨੁਕਸਾਨ ਹੋਇਆ। ਜ਼ਿੰਮੇਵਾਰ ਸਮਝਿਆ ਜਾ ਰਿਹਾ ਸਰਕਾਰ। ਦੇਖੋ ਇਸ ਤਰ੍ਹਾਂ ਕਿ ਇਹ ਤੁਹਾਡੀ ਗੱਲ ਹੈ ਜਿਹੜੀ ਇਹ ਕਈ ਦਿਨਾਂ ਤੋਂ ਮੀਡੀਆ ਡੋਮੇਨ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਹੈ ਜਿਹੜੀ ਇਹ ਆਈ ਹੋਈ ਹੈ। ਇਹਦੇ ਬਾਰੇ ਪ੍ਰੋਪਰ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਮਾਨ ਸਾਹਿਬ CM ਸਾਹਿਬ ਵੀ ਆ ਕੇ ਗਏ ਨੇ। ਪੂਰੀ ਸਰਕਾਰ ਪੂਰਾ ਪੰਜਾਬ ਅਸੀਂ ਪਰਿਵਾਰ ਦੇ ਨਾਲ ਹਾਂ ਔਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਬਾਕੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ, ਇਹਦੇ ਲਈ ਮੇਰੇ ਖਿਆਲ ਦੇ ਵਿੱਚ ਸਰ ਹੋਰ ਸਵਾਲ ਚੱਕੇ ਜਾ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਕਿਹਾ ਜਾ ਰਿਹਾ ਕਿ NIA ਦੀ ਜਾਂਚ ਜਿਹੜੀ ਹੈ ਉਹ ਕਰਵਾਈ ਜਾਵੇ। ਪਰਿਵਾਰ ਮੰਗ ਕਰ ਰਿਹਾ ਹੈ, BJP ਕਹਿ ਰਹੀ ਹੈ ਕਿ ਪੰਜਾਬ ਸਰਕਾਰ ਲਿਖ ਕੇ ਦੇਗੀ ਤਾਂ ਹੀ NIA ਜਾਂਚ ਜਿਹੜੀ ਹੈ ਉਹ। ਦੇਖੋ ਇਸ ਤਰ੍ਹਾਂ ਕਿ ਪਰਿਵਾਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਿੱਧੂ ਮੂਸੇਵਾਲਾ ਜੀ ਇਕੱਲੇ ਇਸ ਪਰਿਵਾਰ ਦਾ ਮੈਂਬਰ ਨਹੀਂ ਸੀਗੇ, ਉਹ ਅੱਜ ਹਰੇਕ ਛੋਟੇ ਵੱਡੇ ਹਰੇਕ ਦੇ ਪਰਿਵਾਰ ਦਾ ਮੈਂਬਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣ ਚੁੱਕੇ ਸੀਗੇ। ਪਰਿਵਾਰ ਦੀ ਕਿਸੇ ਵੀ ਮੰਗ ਨੂੰ ਪੰਜਾਬ ਸਰਕਾਰ ਵੱਲੋਂ ਨਾ ਕਦੇ ਅਣਗੌਲਿਆ ਕੀਤਾ ਗਿਆ ਤੇ ਨਾ ਕਦੇ ਕੀਤਾ ਜਾਊਗਾ। ਪਰਿਵਾਰ ਦੀ ਮੰਗ ਸੀਗੀ ਕਿ ਸਿਟਿੰਗ ਜੱਜ ਤੋਂ ਜੁਡੀਸ਼ੀਅਲ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ। ਪੰਜਾਬ ਸਰਕਾਰ ਨੇ ਉਸੇ ਸਮੇਂ ਹਾਈ ਕੋਰਟ ਨੂੰ ਲਿਖ ਕੇ ਦਿੱਤਾ, ਉਹ ਚਲੋ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ, ਦੈਟਸ ਅ ਸੈਪਰੇਟ ਇਸ਼ੂ। ਪਰ ਕੋਈ ਵੀ ਮੰਗ ਪਰਿਵਾਰ ਵੱਲੋਂ ਹੋਏਗੀ ਤੇ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਸਾਹਿਬ ਉਹਨੂੰ ਪੂਰੀ ਗੰਭੀਰਤਾ ਦੇ ਨਾਲ ਲੈਣਗੇ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਔਰ ਜਲਦ ਤੋਂ ਜਲਦ ਮਿਲੇ, ਇਹਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ। ਅਮਨ ਜੀ ਹਫਤਾ ਹੋ ਗਿਆ, ਹਜੇ ਵੀ ਪੁਲਿਸ ਦੇ ਹੱਥ ਖਾਲੀ ਨੇ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ ਜੀ। ਦੇਖੋ ਇਹ ਜੋ ਤੁਸੀਂ ਸਵਾਲ ਕਹਿ ਰਹੇ ਹੋ ਹੱਥ ਖਾਲੀ ਨੇ। ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਔਰ ਇਹ ਸੀਕ੍ਰੇਟ ਇਨਵੈਸਟੀਗੇਸ਼ਨ ਨੇ ਜਿਹੜੀਆਂ ਉਹ ਪੁਲਿਸ ਕਰ ਰਹੀ ਹੈ ਨੇ। ਇਹ ਜੇ ਪੁਲਿਸ ਨੇ ਕੁਝ ਵੀ ਡਿਸਕਲੋਜ਼ ਨਹੀਂ ਕੀਤਾ ਹੈਗਾ ਇਹਦੇ ਬਾਰੇ, ਨਾ ਹੀ ਮੈਨੂੰ ਜਾਂ ਬੀਬਨ ਭਰਾ ਜੀ ਨੂੰ ਨਾ ਹੀ ਕੋਈ ਜਾਣਕਾਰੀ ਹੈ ਔਰ ਨਾ ਹੀ ਹਜੇ ਇਸ ਸਟੇਜ ਤੇ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਾਂਚ ਪੜਤਾਲ ਚੱਲ ਰਹੀ ਹੈ, ਪੁਲਿਸ ਆਪਦੇ ਕੰਮ ਹਰੇਕ ਲੈਵਲ ਦੇ ਉੱਪਰ ਕਰਨ ਲੱਗੀ ਹੈ, ਨਾ ਹੀ ਇਹਦੇ ਬਾਰੇ ਕੋਈ ਆਪਾਂ ਪਬਲਿਕ ਡੋਮੇਨ ਦੇ ਵਿੱਚ ਗੱਲ ਕਰੀਏ ਕਿਉਂਕਿ ਉਸ ਚੀਜ਼ ਦਾ ਫਾਇਦਾ ਨਹੀਂ, ਨੁਕਸਾਨ ਹੋਣ ਦੇ ਚਾਂਸਸ ਵੱਧ ਹੁੰਦੇ ਨੇ। ਅਮਨ ਜੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੇਂਦਰ ਦੀ ਏਜੰਸੀਆਂ ਤੋਂ ਜਾਂਚ ਹੋਵੇ। ਕੇਂਦਰ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਜਾਂਦੀ ਹੈ, ਮਨਿੰਦਰ ਸਿੰਘ ਸਿਸਟਾ ਵੀ ਇੱਥੇ ਪਹੁੰਚਣ ਵੱਲੋਂ ਕਿ ਕੁਝ ਪ੍ਰਕਿਰਿਆ ਹੁੰਦੀਆਂ ਨੇ। ਸਰਕਾਰ ਪੰਜਾਬ ਸਰਕਾਰ ਜੇਕਰ ਸਾਨੂੰ ਕਹੇਗੀ ਲਿਖ ਕੇ ਦੇਵੇਗੀ ਤਾਂ ਅਸੀਂ ਜਾਂਚ ਕਰ ਸਕਦੇ। ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਦਿੱਲੀ ਦੀ ਏਜੰਸੀਆਂ ਤੋਂ ਕੇਂਦਰ ਏਜੰਸੀਆਂ ਤੋਂ ਜਿਹੜੀ ਕਿ ਜਾਂਚ ਹੋਵੇ? ਨਹੀਂ ਦੇਖੋ ਮੈਨੂੰ ਇਹਦੇ ਬਾਰੇ ਨਾ ਮੈਂ ਨਾ ਨਰਿੰਦਰ ਕੌਰ ਭਰਾ ਜੀ ਅਸੀਂ
ਕੋਈ ਅਧਿਕਾਰਿਤ ਵਿਅਕਤੀ ਨਹੀਂ ਹੈਗੀ ਕਿ ਅਸੀਂ ਇਹਦੇ ਬਾਰੇ ਕੋਈ ਕਮੈਂਟ ਕਰ ਸਕੀਏ। ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਰਿਵਾਰ ਦੀ ਕਿਸੇ ਵੀ ਗੱਲ ਨੂੰ ਪੰਜਾਬ ਸਰਕਾਰ ਵੱਲੋਂ ਅਣਗੌਲਿਆ ਨਹੀਂ ਕੀਤਾ ਜਾਏਗਾ। ਕੋਈ ਵੀ ਗੱਲ ਪਰਿਵਾਰ ਸੀਐਮ ਸਾਹਿਬ ਆ ਕੇ ਗਏ ਨੇ, ਸਾਡੇ ਮਿਨਿਸਟਰਸ ਆ ਕੇ ਗਏ ਨੇ, ਕੋਈ ਵੀ ਗੱਲ ਕੀਤੀ ਜਾਏਗੀ ਤਾਂ ਗੰਭੀਰਤਾ ਦੇ ਨਾਲ ਉਹਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਏਗਾ। ਹੁਣ ਉਹ 'ਚ ਕੋਈ ਟੈਕਨੀਕਲ ਜਾਂ ਜੇ ਕੋਈ ਲੀਗਲ ਇਸ਼ੂ ਆਉਂਦਾ ਹੈ ਤੇ ਉਹ ਵੀ ਪਰਿਵਾਰ ਨਾਲ ਸਾਂਝਾ ਕੀਤਾ ਜਾਏਗਾ। ਅਮਾ ਜੀ ਹਰੇ ਤੱਕ ਇੱਕ ਦੂਜੇ ਨੂੰ ਲਲਕਾਰਿਆ ਜਾ ਰਿਹਾ, ਗੈਂਗਸਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਬਦਲਾ ਲਿੱਤਾ ਜਾਊਗਾ, ਉਸ ਚੀਜ਼ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ? ਦੇਖੋ ਬਾਈ ਜੀ, ਗੱਲ ਇਹ ਹੈ ਕਿ ਅਸੀਂ ਬਾਈ ਜੀ ਹੁਣਾਂ ਨਾਲ ਬਾਈ ਬਲਕਾਰ ਜੀ ਹੁਣਾਂ ਨਾਲ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਇੱਕ ਦਿਨ ਦੇ ਵਿੱਚ ਤਾਂ ਪੈਦਾ ਹੋਏ ਨਹੀਂ ਹੈਗੇ। ਇਹ ਜੇ ਆਪਾਂ ਕਹੀਏ ਵੀ ਅੱਜ ਹੀ ਹੁਣੇ 2 ਮਹੀਨਿਆਂ ਦੇ ਵਿੱਚ ਹੀ 2.5 ਮਹੀਨਿਆਂ ਦੇ ਵਿੱਚ ਹੀ ਪੈਦਾ ਹੋ ਗਏ ਤੇ ਇਹ ਕੰਮ ਚੱਲ ਪਿਆ, ਇਹ ਲੰਮੇ ਸਮਿਆਂ ਤੋਂ ਸਰਕਾਰਾਂ ਦੀਆਂ, ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੀ ਵਜ੍ਹਾ ਦਾ ਰਿਜ਼ਲਟ ਹੈ, ਜਿਹਦਾ ਅੱਜ ਭੁਗਤਾਨ ਹੈ ਜਿਹੜਾ ਉਹ ਸਮੁੱਚੇ ਪੰਜਾਬ ਨੂੰ, ਸਮੁੱਚੇ ਮੁਲਕ ਨੂੰ ਔਰ ਤੁਹਾਡੇ ਮੇਰੇ ਵਰਗੇ ਨੂੰ, ਆਪਾਂ ਨੂੰ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਔਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਸਰਕਾਰ ਚਾਹੇ ਤਾਂ ਚਿੜੀ ਵੀ ਪਰ ਨਹੀਂ ਮਾਰ ਸਕਦੀ ਹੈਗੀ। ਪਰ ਇਹ ਗਹਿਨ ਚਰਚਾ ਦਾ, ਗਹਿਨ ਸੋਚ ਵਿਚਾਰ ਦਾ ਅੱਜ ਵਿਸ਼ਾ ਇਹ ਹੋਣਾ ਚਾਹੀਦਾ ਹੈ ਕਿ ਇਸ ਕਲਚਰ ਨੂੰ ਡਿਵੈਲਪ ਕਰਨ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਕਿਹਦਾ ਰੋਲ ਰਿਹਾ, ਕੀ ਰੋਲ ਰਿਹਾ, ਕਿਹੜੇ ਪੋਲੀਟੀਕਲ ਬੰਦੇ ਦਾ ਰੋਲ ਰਿਹਾ, ਕਿਹੜੇ ਅਫਸਰ ਦਾ ਰੋਲ ਰਿਹਾ, ਕਿਹੜੀਆਂ ਕਾਲੀਆਂ ਭੇਡਾਂ ਸੀਗੀਆਂ ਪੰਜਾਬ ਦੇ ਵਿੱਚ ਜਿਹੜੇ ਇਸ ਮਾੜੇ ਕਲਚਰ ਨੂੰ, ਜਿਹੜਾ ਕਿ ਆਪਾਂ ਲੋਕਾਂ ਨੇ ਕਦੇ ਸੁਣਿਆ ਵੀ ਨਹੀਂ ਸੀਗਾ, ਸਿਰਫ ਯੂਪੀ ਬਿਹਾਰ 'ਚ ਸੁਣਦੇ ਸੀਗੇ ਜਾਂ ਬੰਬੇ ਸੁਣਦੇ ਸੀਗੇ। ਆਪਣੇ ਲੋਕਾਂ ਨੇ ਗੈਂਗ ਵਾਰਾ ਕਿੱਥੇ ਸੁਣੀਆਂ ਸੀਗੀਆਂ। ਅੱਤਵਾਦ ਦੇ ਕਾਲੇ ਦੌਰ ਦੇ ਸਮੇਂ ਦੇ ਵਿੱਚ ਵੀ ਇਹੋ ਜਿਹਾ ਕਲਚਰ ਹੈ ਜਿਹੜਾ ਉਹ ਪਨਪਿਆ ਨਹੀਂ ਹੈਗਾ। ਉਹੋ ਜਿਹੇ ਮਾੜੇ ਦੌਰ ਤੋਂ ਬਾਅਦ ਵੀ ਸਾਰੀਆਂ ਦੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਘਿਓ ਖਿਚੜੀ ਵਾਂਗ 9 ਮਾਸ ਦੇ ਰਿਸ਼ਤੇ ਵਾਂਗ ਰਹੀ। ਪਰ ਅੱਜ ਜਿਸ ਤਰੀਕੇ ਦਾ ਇਹ ਨਫ਼ਰਤ ਦੀ ਕੁਛ ਕੁ ਲੋਕਾਂ ਵੱਲੋਂ, ਮਾੜੇ ਅੰਸਰਾਂ ਵੱਲੋਂ, ਜਿਹੜੇ ਕਿ ਪਿਛਲੇ ਸਮੇਂ ਦੀਆਂ ਮਾੜੀਆਂ ਸਰਕਾਰਾਂ ਤੇ ਸਿਸਟਮ ਦੀ ਪੈਦਾਇਸ਼ ਨੇ, ਉਹਨਾਂ ਨੂੰ ਇੱਕ ਦੂਜੇ ਨੂੰ ਲਲਕਾਰਿਆ ਜਾ ਰਿਹਾ, ਇਹ ਬਹੁਤ ਗਲਤ ਹੈ। ਇਹ ਇਨਸਾਨੀਅਤ ਦੀ, ਇਹ ਜਿਹੜਾ ਕਲਚਰ ਹੈ ਜਿਹੜਾ ਇਹ ਇਨਸਾਨੀਅਤ ਦੀ ਦੁਸ਼ਮਣ ਹੈ। ਤੇ ਪੰਜਾਬ ਸਰਕਾਰ, ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਕਿਹਾ, ਭਗਵੰਤ ਮਾਨ ਸਾਹਿਬ ਨੇ ਵੀ ਕਿਹਾ, ਇਹੋ ਜਿਹੇ ਕਲਚਰ ਨੂੰ ਤੇ ਇਹੋ ਜਿਹੇ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਜਲਦੀ ਪੰਜਾਬ ਦੀ ਧਰਤੀ ਦੇ ਵਿੱਚੋਂ ਅਪਰੂਟ ਕੀਤਾ ਜਾਊਗਾ, ਖਤਮ ਕੀਤਾ ਜਾਊਗਾ। ਅਮਨ ਜੀ, ਮਨਜਿੰਦਰ ਸਿੰਘ ਸਿਰਸਾ ਵੱਲੋਂ ਗੱਲ ਹੋਰ ਕਹੀ ਗਈ ਕਿ ਇੱਕ ਹਫ਼ਤਾ ਹੋ ਗਿਆ ਸਿੱਧੂ ਮੂਸੇਵਾਲੇ ਦੀ ਮੌਤ ਨੂੰ, ਪਰ ਹਜੇ ਤੱਕ ਸਰਕਾਰ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ FIR ਦੇ ਵਿੱਚ ਜਿਨ੍ਹਾਂ ਵੱਲੋਂ ਜ਼ਿੰਮੇਵਾਰੀ ਲਈ ਗਈ ਉਹਨਾਂ ਤੱਕ ਦਾ ਨਾਮ ਤੱਕ ਨਹੀਂ ਦਰਜ ਕੀਤਾ ਗਿਆ। ਦੇਖੋ, ਇਹ ਗੱਲ ਫਿਰ ਬਈ ਇਹ ਹੈ, ਮਨਜਿੰਦਰ ਸਿਰਸਾ ਜੀ ਕੀ ਕਹਿ ਕੇ ਜਾਂਦੇ ਨੇ, ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਨਾ ਜ਼ਰੂਰੀ ਸਮਝਦਾ ਤੇ ਨਾ ਹੀ ਅਧਿਕਾਰਿਕ ਤੌਰ ਤੇ ਮੈਂ ਆਥੋਰਾਈਜ਼ਡ ਹਾਂ ਕੋਈ ਜਵਾਬ ਦੇਵਾਂ ਉਹਨਾਂ ਦੀ ਗੱਲ ਦਾ। ਸਰਕਾਰ ਜਾਂਚ ਪੜਤਾਲ, ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਕੋਈ ਵੀ ਦੋਸ਼ੀ ਜਿਹਦਾ ਇੰਨਾ ਕਿ 9 ਦੀ ਚੁੰਝ ਜਿੰਨਾ ਵੀ ਦੋਸ਼ ਹੋਇਆ, ਛੋਟੇ ਤੋਂ ਛੋਟੇ ਔਰ ਵੱਡੇ ਤੋਂ ਵੱਡੇ, ਜਿਹਨੇ ਵੀ ਇਸ ਪਾਪ ਦੇ ਵਿੱਚ ਭਾਗੀਦਾਰ ਸੀਗਾ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਇਹ ਕਮਿਟਮੈਂਟ ਹੈ ਪੰਜਾਬ ਸਰਕਾਰ ਦੀ। ਅਮਨ ਜੀ, ਤੁਸੀਂ ਮੰਨਦੇ ਹੋ ਨਹੀਂ ਇਹ ਬਿਹਤਰ ਜਾਂਚ ਕਰ ਸਕਦੀ ਹੈ? ਬਾਈ ਜੀ, ਤੁਸੀਂ ਗੱਲ ਦੇਖੋ, ਗੱਲ ਘੁੰਮ ਫਿਰ ਕੇ ਤੁਸੀਂ ਫਿਰ ਮੇਰੀ ਗੱਲ ਸਮਝੋ। ਮੇਰਾ ਇੰਡੀਵਿਜੂਅਲ ਸੋਚ ਹੈ, ਨਰਿੰਦਰ ਭਰਾ ਜੀ ਦੀ ਇੰਡੀਵਿਜੂਅਲ ਸੋਚ ਕੀ, ਸੁਣੋ ਮੈਂ ਰਿਸਪੌਂਸਿਬਲ ਸੁਣੋ ਨੂੰ ਤਾਂ ਦੇਖਦੇ ਹੋ ਕਿ NIA ਬਿਹਤਰ ਜਾਂਚ ਕਰ ਸਕਦੀ ਹੈ ਤੁਸੀਂ, ਜਾਂ ਪੰਜਾਬ ਸਰਕਾਰ ਹਫਤਾ ਹੋ ਗਿਆ ਕੋਈ ਕਨਫਿਊਜ਼ਨ ਹਲੇ ਤੱਕ ਨਹੀਂ ਨਿਕਲਦਾ। ਮੇਰਾ ਪਰਿਵਾਰ ਦੀ ਸੁਣ ਲਓ, ਇੱਕ ਮਿੰਟ ਮੇਰੀ ਸੁਣ ਲਓ। ਮੇਰਾ ਇੰਡੀਵਿਜੂਅਲ ਵਿਚਾਰ ਕੀ ਹੈ ਜਾਂ ਮੇਰੀ ਸੋਚ ਕੀ ਹੈ, ਉਹ ਕੀ ਮੈਟਰ ਕਰਦੀ ਹੈ। ਮਕਸਦ ਸਿਰਫ ਔਰ ਸਿਰਫ ਇੱਕ ਹੈ ਕਿ ਪੰਜਾਬ ਸਰਕਾਰ, ਜਦੋਂ ਮਾਨ ਸਾਹਿਬ ਖੁਦ ਆਪ ਕਹਿ ਕੇ ਗਏ ਨੇ ਔਰ ਕਮਿਟਡ ਨੇ, ਦਿਨ ਰਾਤ ਇਸ ਗੱਲ ਦੇ ਉੱਪਰ ਲੱਗੇ ਹੋਏ ਨੇ। ਕੱਲ ਵੀ ਸੰਗਰੂਰ ਕਾਗਜ਼ ਭਰਾਉਣ ਆਏ ਸੀਗੇ ਤੇ ਉੱਥੇ ਵੀ ਸਾਡੀ MLAs ਦੀ ਉਹਨਾਂ ਦੇ ਨਾਲ ਖੜ ਕੇ 5 ਮਿੰਟ ਇਸੇ ਬਾਰੇ ਗੱਲ ਕੀਤੀ ਔਰ ਬੜੇ ਚਿੰਤਿਤ ਨੇ। ਇਹ ਸਰਕਾਰ ਦੇ ਲੈਵਲ ਦੇ ਉੱਪਰ ਫੈਸਲਾ ਹੋਣਾ ਹੈ। ਅਮਨ ਅਰੋੜਾ ਜਾਂ ਤੁਹਾਡਾ ਜਾਂ ਬਾਈ ਜੀ ਹੋਣਾ ਦਾ ਆਪਣਾ ਇੰਡੀਵਿਜੂਅਲ ਸੋਚ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ, ਉਹ ਮੈਟਰ ਨਹੀਂ ਕਰਦਾ। ਉਹ ਜੇ ਸੁਜੈਸ਼ਨ ਹੋਇਆ ਤਾਂ ਜੋ ਵੀ ਹੋਊਗਾ ਮੈਂ ਸਰਕਾਰ ਦੇ ਲੈਵਲ ਤੇ ਦਊਂਗਾ, ਮੀਡੀਆ ਸੁੱਟ ਦਊਂਗਾ। ਅਰੋੜਾ ਸਾਹਿਬ, ਲੋਕ ਬਦਲਾਅ ਦੀ ਗੱਲ ਕਰਦੇ, ਤੁਸੀਂ ਕਹਿੰਦੇ ਸਰਕਾਰ ਬਣਨ ਤੋਂ ਪਹਿਲਾਂ ਬਦਲਾਅ ਦੀ ਗੱਲ ਹੁੰਦੀ ਸੀ। ਹੁਣ ਲੋਕਾਂ ਦੇ ਸਵਾਲ ਨੇ ਕਿ ਕੀ ਇਹ ਬਦਲਾਅ ਹੋਇਆ ਕਿ ਕ੍ਰਾਈਮ ਜਿਹੜਾ ਵੱਧ ਗਿਆ ਪੰਜਾਬ ਦੇ ਵਿੱਚ, ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ, ਪੁਲਿਸ ਤੇ ਥਾਣੇ ਦੇ ਵਿੱਚ ਜਾ ਕੇ ਮੁੰਡਾ ਆਪਣੇ ਆਪ ਨੂੰ ਅੱਗ ਲਾ ਲੈਂਦਾ, ਇਹ ਕੱਲ ਦੀ ਖਬਰ ਹੈ। ਤੇ ਇਸ ਤਰੀਕੇ ਦੀ ਕੀ ਇਹ ਬਦਲਾਅ ਹੋਇਆ? ਮੈਂ ਬਾਈ ਜੀ, ਮੈਂ ਤੁਹਾਨੂੰ ਇਹੀ ਗੱਲ ਤਾਂ ਮੈਂ ਪੁੱਛਣੀ ਚਾਹੁੰਦਾ ਕਿ ਕੀ ਇਸ ਚੀਜ਼ ਦੀ ਪੈਦਾਇਸ਼ ਹੈ ਜਿਹੜੀ ਉਹ 2 ਮਹੀਨਿਆਂ ਦੇ ਵਿੱਚ ਹੋ ਗਈ। ਦੇਖੋ, ਅਸੀਂ ਇਸ ਗੱਲ ਤੋਂ, ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਇਸ ਗੱਲ ਤੋਂ ਕਤਈ ਨਾ ਭੱਜ ਰਹੀ ਹੈ ਤੇ ਨਾ ਭੱਜੂਗੀ ਵੀ ਜੇ ਕੋਈ
ਚਿੰਤਾ ਦਾ ਵਿਸ਼ਾ ਹੈ, ਜੇ ਕੋਈ ਘਟਨਾ ਹੋਈ ਹੈ ਤੇ ਉਹਨੂੰ ਹੱਲ ਕਰਨਾ ਹੈ। ਆਪਾਂ ਲੋਕਾਂ ਨੇ ਆਪਦੇ ਪੱਧਰ ਦੇ ਉੱਪਰ ਹੱਲ ਕਰਨਾ ਹੈ, ਸਮਾਜ ਨੇ ਆਪਦੇ ਪੱਧਰ ਦੇ ਉੱਪਰ ਹੱਲ ਕਰਨਾ ਹੈ, ਸਰਕਾਰ ਨੇ ਆਪਦੇ ਪੱਧਰ ਦੇ ਉੱਪਰ ਹੱਲ ਕਰਨਾ ਹੈ। ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਕਰਨਾ ਪਊਗਾ। ਪਰ ਉਹਦੇ ਜਨਮ ਕਿੱਥੋਂ ਹੋਇਆ, ਉਹਦਾ ਬਰਥ ਕਿੱਥੋਂ ਹੋਇਆ, ਕਿਵੇਂ ਹੋਇਆ, ਕਿਉਂ ਹੋਇਆ, ਕਿਹਦੇ ਉਸ ਦੇ ਵਿੱਚ ਸ਼ਮੂਲੀਅਤ ਸੀਗੀ ਕਿ ਅੱਜ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਇਹ ਭਾਈ ਸਾਹਿਬ ਇਕੱਲੇ ਤੁਸੀਂ ਜਾਂ ਇਕੱਲਾ ਮੈਂ ਨਹੀਂ, ਇਕੱਲੇ ਸਰਕਾਰ ਨਹੀਂ, ਅੱਜ ਇਕੱਲਾ ਬੱਚਾ ਚਿੰਤਿਤ ਹੈ। ਤੇ ਇਸ ਚਿੰਤਾ ਨੂੰ ਦੂਰ ਕਰਨ ਦਾ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹੀਲਾ ਕਰਨਾ ਪੈਣਾ, ਹੱਲ ਕਰਨਾ ਪੈਣਾ ਕਿ ਨਹੀਂ ਤਾਂ ਜਿਹੜੇ ਇਹੋ ਜਿਹੇ ਨੌਜਵਾਨ ਪੁੱਤ ਬਾਈ ਜੀ ਹੁਣ ਉਹਨਾਂ ਦਾ ਦਰਦ ਵੰਡਾ ਕੇ ਆਇਆ ਤੇ ਇਹ ਕਿਸੇ ਨਾਲ ਵੀ ਹੋ ਸਕਦਾ। ਸੋ ਇਸ ਕਰਕੇ ਲਾਪਰਵਾਹੀ ਦਾ ਮੇਰਾ ਇੱਕ ਸਵਾਲ ਹੈ, ਸਿੱਧੂ ਮੂਸੇਵਾਲਾ ਇੱਕ ਐਸੈਟ ਸੀਗੇ ਪੰਜਾਬ ਦੇ, ਤੁਹਾਨੂੰ ਨਹੀਂ ਲੱਗਦਾ ਵੀ ਇੰਟੈਲੀਜੈਂਸ ਫੇਲ ਹੋਇਆ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ? ਭੈਣ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ, ਤੁਸੀਂ ਐਸੈਟ ਕਹਿ ਰਹੇ ਹੋ, ਮੈਂ ਤਾਂ ਕਹਿ ਰਿਹਾ ਕਿ ਇੱਕ ਯੁੱਗ ਦਾ ਅੰਤ ਹੈ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਜਾਣ ਦੇ ਨਾਲ ਯੁੱਗ ਦਾ ਅੰਤ ਹੋਇਆ। ਹੁਣ ਇਹ ਕਿਸ ਦਾ ਫੇਲੀਅਰ ਹੈ, ਕਿਸ ਦਾ ਫੇਲੀਅਰ ਨਹੀਂ ਹੈ। ਅਗੇਨ ਗੋਇੰਗ ਬੈਕ ਟੂ ਮਾਈ ਪੁਆਇੰਟ, ਮੈਂ ਕਦੇ ਵੀ ਆਊਟ ਆਫ ਟਰਨ ਸਮੇਂ ਤੋਂ ਪਹਿਲਾਂ ਮੈਂ ਗੱਲ ਨਹੀਂ ਕਰਦਾ ਹੈਗਾ। ਜਿਹੜੇ ਇੱਕ ਚੀਜ਼ ਦੇ ਉੱਪਰ, ਇੱਕ ਵਿਸ਼ੇ ਦੇ ਉੱਪਰ ਜਾਂਚ ਚੱਲ ਰਹੀ ਹੈ, ਉਹ ਜਾਂਚ ਮੀਨਸ ਜਾਂਚ A ਤੋਂ Z ਤੱਕ ਉਹਦੀ ਜਾਂਚ ਹੋਊਗੀ। ਹੁਣ ਉਹਦੇ ਵਿੱਚ ਕਿਸ ਚੀਜ਼ ਦਾ, ਕਿਸ ਗੱਲ ਦਾ ਫੇਲੀਅਰ ਆਉਂਦਾ ਹੈ ਜਾਂ ਨਹੀਂ ਆਉਂਦਾ ਹੈਗਾ, ਇਹ ਭੈਣ ਜੀ ਉਹਦੀ ਰਿਪੋਰਟ ਆਉਣ ਤੋਂ ਬਾਅਦ, ਪੂਰਾ ਹੋਣ ਤੋਂ ਬਾਅਦ ਹੀ ਗੱਲ ਕਰਨ ਦਾ ਫਾਇਦਾ। ਹੁਣੇ ਹੀ ਤੁਸੀਂ ਗੋਲ ਸਵਾਲ ਕਰੀ ਚੱਲੋ, ਮੈਂ ਗੋਲ ਜਵਾਬ ਦਿੱਤੀ ਚੱਲਾਂ, ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਉਹ ਸਿਰਫ ਇੱਕ ਮੀਡੀਆ ਦੀਆਂ ਚਰਚਾਵਾਂ ਹੋਣਗੀਆਂ, ਇਸ ਤੋਂ ਬਾਅਦ ਉਹ ਕੁਝ ਨਹੀਂ ਹੋਣਾ ਹੈਗਾ। ਅਮਨ ਜੀ, ਜਾਂਚ ਹੋਣੀ ਚਾਹੀਦੀ ਉਸ ਜੋ ਰਿਪੋਰਟ ਜਨਤਕ ਕੀਤੀ ਗਈ ਸੀ, ਜਿਸ ਦੇ ਵਿੱਚ 424 ਦੇ ਕਰੀਬ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ। ਯੂਸ਼ੀ ਸ਼ਰਵਾਸ ਦਾ ਨਾਮ ਲਗਾਤਾਰ ਆ ਰਿਹਾ ਕਿ ਤੁਹਾਡੀ ਵੀ ਆਮ ਆਦਮੀ ਪਾਰਟੀ ਦੀ ਮੀਡੀਆ ਹੈਗਾ, ਉਹਨਾਂ ਵੱਲੋਂ ਜਨਤਕ ਕਰਵਾਈ ਗਈ, ਫਿਰ ਇਸ਼ਤਿਹਾਰ ਆਏ ਗਏ, ਉਸ ਤੋਂ 24 ਘੰਟੇ ਦੇ ਵਿੱਚ ਕਤਲ ਹੁੰਦਾ। ਕਿਹੜੀ ਸਰਕਾਰ ਦੀ? ਦੇਖੋ ਇਸ ਤਰ੍ਹਾਂ ਹੈ ਕਿ ਮੈਂ ਗੱਲ ਤੋਂ ਘੁੰਮ ਫਿਰ ਕੇ ਤੁਸੀਂ ਕਦੇ ਕੋਈ ਜਣਾ ਉਹੀ ਸਵਾਲ ਕਰ ਲੈਂਦੇ, ਕਦੇ ਸਿੱਧਾ ਨੰਬਰ 1 ਦੇਖੋ, ਤੁਸੀਂ ਮੈਨੂੰ ਕਿਹਾ, ਮੈਂ ਬੈਠਾ ਤੁਹਾਡੇ ਸਾਹਮਣੇ ਕਿਉਂਕਿ ਅਸੀਂ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਉਹ ਗੱਲ ਕਰਦੀ ਹੈ। ਮੈਂ ਇਸ ਚੀਜ਼ ਦੇ ਨਾ ਮੈਂ ਨਾ ਨਰਿੰਦਰ ਕੌਰ ਭਰਾ ਜੀ, ਸਾਨੂੰ ਇੰਡੀਵਿਜੂਅਲੀ ਇਸ ਚੀਜ਼ ਦਾ ਆਈਡੀਆ ਨਹੀਂ ਹੈਗਾ, ਨਹੀਂ ਪਤਾ ਹੈਗਾ। ਇਸੇ ਕਰਕੇ ਤੁਹਾਡੇ ਕੋਲ ਤੁਹਾਨੂੰ ਮੇਰੇ ਜਵਾਬ ਗੋਲ ਲੱਗ ਰਹੇ ਹੋਣਗੇ, ਪਰ ਜਿਹੜੀ ਚੀਜ਼ ਦਾ ਆਈਡੀਆ ਨਹੀਂ ਹੈ, ਪਤਾ ਹੀ ਨਹੀਂ ਹੈ, ਜਿਹਦੀ ਚੀਜ਼ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ, ਉਹਦੇ ਬਾਰੇ ਮੈਂ ਤੁਹਾਨੂੰ ਕੀ ਜਵਾਬ ਦਵਾਂ? ਅਮਨ ਜੀ, ਦਿੱਲੀ ਪੁਲਿਸ ਦੇ ਵੱਲੋਂ ਸ਼ਾਹਰੁਖ ਇੱਕ ਗੈਂਗਸਟਰ ਹੈਗਾ, ਉਹ ਫੜਿਆ ਗਿਆ ਸੀਗਾ ਤਾਂ ਉਹਨੇ ਕਿਹਾ ਵੀ ਸੀਗਾ ਕਿ ਮੈਂ ਰੈਕੀ ਕਰਕੇ ਆਇਆ ਸੀ ਤੂੰ ਮੂਸੇਵਾਲੇ ਨੂੰ। ਅਮਨ ਜੀ, ਇਸ ਦੇ ਨਾਲ ਇੱਕ ਜੁੜਿਆ ਹੋਰ ਸਵਾਲ ਲੈ ਲਓ ਜਿਹੜਾ ਤੁਹਾਡੀ ਸਰਕਾਰ ਨਾਲ ਜੁੜਿਆ ਹੋਇਆ। ਮਨਜਿੰਦਰ ਸਿਰਸਾ ਆਏ ਸੀ, ਉਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਵੱਲੋਂ ਹਾਲੇ NIA ਨੂੰ ਜਾਂਚ ਦੇ ਲਈ ਜਾਂ ਕੇਂਦਰੀ ਏਜੰਸੀ ਨੂੰ ਕਿਹਾ ਨਹੀਂ ਗਿਆ। ਹਾਲੇ ਤੱਕ ਕਿਉਂ ਨਹੀਂ ਕਿਹਾ ਗਿਆ? ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ, ਸਰਕਾਰ ਦੇ ਹੱਥ ਖਾਲੀ ਨੇ। ਤੁਸੀਂ ਫਿਰ ਤੁਸੀਂ ਮੇਰੀ ਗੱਲ ਸੁਣੋ, ਗੱਲ ਘੁੰਮ ਫਿਰ ਕੇ 100 ਹੱਥ ਲੰਮਾ ਰੱਸਾ ਸਿਰੇ ਤੇ ਗੰਢ, ਤੁਹਾਡਾ ਸਵਾਲ ਘੁੰਮ ਫਿਰ ਕੇ ਫਿਰ ਉੱਥੇ ਆ ਜਾਂਦਾ। ਜਦੋਂ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਹਦੇ ਬਾਰੇ ਇੰਡੀਵਿਜੂਅਲੀ ਕੋਈ ਆ ਕੇ ਆਪੋਜੀਸ਼ਨ ਦੇ ਵਿੱਚ ਰੋਟੀਆਂ ਸੇਕਣ ਵਾਸਤੇ ਕੁਝ ਵੀ ਕਹਿ ਜਾਂਦਾ, ਉਹਦੇ ਬਾਰੇ ਮੈਂ ਤੁਹਾਨੂੰ ਕੀ ਜਵਾਬ ਦੇਵਾਂ ਜੀ? ਮੈਂ ਤੁਹਾਨੂੰ ਕਹਿ ਰਿਹਾ ਹਾਂ ਵੀ ਇਹ ਹੁਣ ਜੇ ਸਿਰਸਾ ਸਾਹਿਬ ਹੁਣੀ ਜੇ ਗੱਲ ਕਰਕੇ ਗਏ ਨੇ, ਆਪਾਂ ਇਹੋ ਜਿਹੀ ਥਾਂ ਤੇ ਬੈਠੇ ਹਾਂ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਹੈਗਾ, ਬਟ ਅਦਰਵਾਈਜ਼ ਪਦਾਇਸ਼ ਕਿੰਨਾ ਵੇਲੇ ਹੋਈ ਇਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਸਾਰੇ ਪੰਜਾਬ ਨੂੰ ਪਤਾ ਹੈ। ਹੁਣ ਉਹ ਆ ਕੇ ਕੌਣ ਕੀ ਜ਼ੁਬਾਨ ਹਿਲਾ ਜਾਂਦਾ ਹੈ, ਇਹਦੇ ਬਾਰੇ ਇਹਨਾਂ ਗੱਲਾਂ ਦੇ ਵਿੱਚ ਪੈਣ ਦਾ ਉਹ ਸਿਰਫ ਔਰ ਸਿਰਫ ਮੱਡ ਸਲਿੰਗਿੰਗ ਹੋਊਗੀ, ਉਹ 'ਚ ਪੈਣ ਦਾ ਕੋਈ ਫਾਇਦਾ ਨਹੀਂ ਹੈਗਾ। ਜਾਂਚ ਮੀਨਸ ਜਾਂਚ A ਤੋਂ Z ਤੱਕ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੈ ਜਿਹੜਾ ਉਹ ਪੰਜਾਬ ਦੀ ਭਗਵੰਤ ਮਾਨ ਜੀਆਂ ਦੀ ਸਰਕਾਰ ਇਹ ਜਾਂਚ ਕਰਨ ਨੂੰ ਤੇ ਦੋਸ਼ੀਆਂ ਨੂੰ ਉਹਨਾਂ ਦੀ ਬਣਦੀ ਸਖਤ ਤੋਂ ਸਖਤ ਔਰ ਜਲਦ ਤੋਂ ਜਲਦ ਸਜ਼ਾ ਦਿਵਾਉਣ ਦੇ ਲਈ ਵਚਨਬੱਧ ਹੈ। ਇਹਦੇ ਲਈ ਤੁਹਾਨੂੰ ਤੁਹਾਡੇ ਸਵਾਲਾਂ ਨੂੰ ਮੈਂ ਗਲਤ ਨਹੀਂ ਕਹਿੰਦਾ ਹੈਗਾ, ਪਰ ਹਰੇਕ ਚੀਜ਼ ਨੂੰ ਇੱਕ ਸਮਾਂ ਲੱਗਦਾ। ਕੋਈ ਇਹੋ ਜਿਹੀ ਗੱਲ ਅੱਜ ਆਪਾਂ ਕਰੀਏ ਜਿਹਦੇ ਨਾਲ ਕੋਈ ਜਿਵੇਂ ਸਵਾਲ ਕਰਕੇ ਉਹ ਤਾਂ ਕੋਈ ਮੈਟਰ ਨਹੀਂ ਕਰਦਾ ਹੈਗਾ। ਠੀਕ ਹੈ ਜੀ। ਅੱਛਾ, ਬਿਲਕੁਲ ਇਹ ਸਨ ਅਮਨ ਅਰੋੜਾ ਜੀ, ਜਿਨ੍ਹਾਂ ਦੇ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ, ਦੁੱਖ ਸਾਂਝਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਰਿਵਾਰ ਦੇ ਵੱਲੋਂ ਬੇਸ਼ੱਕ ਮੰਗ ਕੀਤੀ ਜਾ ਰਹੀ ਹੈ, ਪਰ ਸਵਾਲਾਂ ਦੇ ਜਿਹੜੇ ਕਿ ਜਵਾਬ ਨੇ ਉਹ ਖੁੱਲ੍ਹ ਕੇ ਨਹੀਂ ਦੇ ਪਾਏ ਅਮਨ ਅਰੋੜਾ। ਤਾਂ ਬਾਰ-ਬਾਰ ਕਿਹਾ ਜਾ ਰਿਹਾ ਕਿ ਮੈਂ ਇੰਡੀਵਿਜੂਅਲ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ, ਸਰਕਾਰ ਦਾ ਮਸਲਾ ਹੈ, ਸਰਕਾਰ ਇਸ 'ਤੇ ਕਾਫੀ ਜ਼ਿਆਦਾ ਗੰਭੀਰਤਾ ਦੇ ਨਾਲ ਇਸ ਤੇ ਕੰਮ ਜਿਹੜੀ ਕਿ ਕਰ ਰਹੀ ਹੈ।
ਪਰਿਵਾਰ ਦੇ ਵੱਲੋਂ ਪਹਿਲੇ ਦਿਨ ਤੋਂ ਹੀ ਮੰਗ ਕੀਤੀ ਗਈ ਸੀ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਦੀ ਜਿਹੜੀ ਕਿ ਜਾਂਚ ਹੈ ਉਹ ਕੇਂਦਰ ਦੀ ਏਜੰਸੀਆਂ ਤੋਂ ਹੋਣੀ ਚਾਹੀਦੀ ਹੈ। ਤਾਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜੋ ਪਰਿਵਾਰ ਦੀਆਂ ਮੰਗਾਂ ਨੇ ਮੰਨੀਆਂ ਜਾਣਗੀਆਂ। ਸਿਟਿੰਗ ਜੱਜ ਹਾਈ ਕੋਰਟ ਦੇ ਜੱਜ ਤੋਂ ਵੀ ਜਾਂਚ ਕਰਾਉਣ ਦੀ ਗੱਲ ਕਹੀ ਗਈ ਸੀ ਤਾਂ ਉਹ ਵੀ ਨਹੀਂ ਕੀਤੀ ਜਾਂਦੀ। ਤਾਂ ਉਸ ਤੋਂ ਬਾਅਦ ਹੁਣ ਪਰਿਵਾਰ ਲਗਾਤਾਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕਰਕੇ ਆਉਂਦੇ ਨੇ। ਤਾਂ ਉਹਨਾਂ ਵੱਲੋਂ ਵੀ ਭਰੋਸਾ ਦਿਵਾਇਆ ਜਾਂਦਾ ਕਿ ਜੇ ਪੰਜਾਬ ਸਰਕਾਰ ਉਹਨਾਂ ਨੂੰ ਕਹੇਗੀ ਤਾਂ ਉਹ ਜ਼ਰੂਰ ਜਿਹੜੀ ਕਿ ਕੇਂਦਰ ਦੀ ਏਜੰਸੀਆਂ ਤੋਂ ਜਾਂਚ ਕਰਵਾਈ ਜਾਏਗੀ। ਤਾਂ ਪਰਿਵਾਰ ਦੇ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਸਨ। ਪਰਿਵਾਰ ਦੇ ਵੱਲੋਂ ਲਗਾਤਾਰ ਮੰਗ ਰੱਖੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਹੱਤਿਆ ਦੀ ਜਿਹੜੀ ਕਿ ਜਾਂਚ ਹੈ ਉਹ NIA ਤੋਂ ਹੋਣੀ ਚਾਹੀਦੀ ਹੈ। ਤਾਂ ਦੂਜੇ ਪਾਸੇ ਸਵਾਲਾਂ ਤੋਂ ਜ਼ਰੂਰ ਭੱਜਦੇ ਨਜ਼ਰ ਆਏ ਨੇ, ਗੋਲ ਜਵਾਬ ਦਿੰਦੇ ਆਏ ਨੇ। ਇਹ ਤੱਕ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਸ ਦਾ ਫੇਲੀਅਰ ਹੈ, ਕਿਸ ਦੀ ਗਲਤੀ ਦੇ ਨਾਲ ਜਿਹੜਾ ਕਿ ਸਾਰਾ ਵਾਕਿਆ ਹੋਇਆ ਹੈ। ਕਿ ਜਿਹੜੀ ਕਿ ਲਿਸਟ ਹੈ 424 ਬੰਦਿਆਂ ਦੀ ਜਿਹਦੀ ਸੁਰੱਖਿਆ ਵਾਪਸ ਲਈ ਜਾਂਦੀ ਹੈ ਤਾਂ ਉਹਦੀ ਜਿਹੜੀ ਕਿ ਲਿਸਟ ਉਹ ਜਨਤਕ ਕਰ ਦਿੱਤੀ ਜਾਂਦੀ ਹੈ। ਤਾਂ ਸਾਰੇ ਸਵਾਲਾਂ ਤੇ ਜਿਹੜੇ ਕਿ ਖੁੱਲ੍ਹ ਕੇ ਨਹੀਂ ਬੋਲੇ, ਗੋਲ ਜਵਾਬ ਜ਼ਰੂਰ ਦਿੱਤੇ ਗਏ ਨੇ। ਸਵਾਲਾਂ ਦੇ ਜਵਾਬਾਂ ਤੋਂ ਵੀ ਜਾਣੀ ਕਿ ਭੱਜਦੇ ਨਜ਼ਰ ਆਏ ਨੇ। ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਹਫ਼ਤਾ ਬੀਤ ਚੁੱਕਿਆ ਹੋਇਆ ਤਾਂ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਪੁਲਿਸ ਹੈ ਚਾਹੇ ਉਹ ਸਰਕਾਰ ਹੈ ਕਿੱਥੇ ਤੱਕ ਪਹੁੰਚਦੀ ਹੈ ਤੇ ਕਦ ਤੱਕ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਕਿ ਕਾਤਲ ਨੇ ਉਹਨਾਂ ਨੂੰ ਫੜਿਆ ਜਾਂਦਾ। ਇਹ ਸਵਾਲ ਅੱਜ ਹਰ ਇੱਕ ਪੰਜਾਬੀ ਅਤੇ ਹਰ ਇੱਕ ਭਾਰਤੀ ਅਤੇ ਪੂਰੇ ਵਰਲਡ ਦੇ ਵਿੱਚ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਹੈ। ਇੱਕੋ ਸਵਾਲ ਸਰਕਾਰ ਅਤੇ ਪੁਲਿਸ ਤੋਂ ਪੁੱਛਿਆ ਜਾ ਰਿਹਾ ਹੈ ਕਿ ਕਦੋਂ ਸਿੱਧੂ ਮੂਸੇਵਾਲੇ ਦੇ ਜਿਹੜੇ ਕਿ ਕਾਤਲ ਨੇ ਉਹ ਫੜੇ ਜਾਣਗੇ। ਸੋ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪੁਲਿਸ ਅਤੇ ਸਰਕਾਰ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਦੋਂ ਸਿੱਧੂ ਮੂਸੇਵਾਲਾ ਅਤੇ ਉਸਦੇ ਪਰਿਵਾਰ ਨੂੰ ਜਿਹੜਾ ਕਿ ਇਨਸਾਫ ਹੈ ਉਹ ਦਿਵਾਇਆ ਜਾਏਗਾ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਮਾਨਸਾ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।